चलो नैक्सट टॉपिक अपने को आ जाएगा जो इस चैप्टर दे विचों वो हैगा जी एक्सप्रैशन फॉर magnetic field intensity on the axis of circular coil carrying current. तो ਆਪਾਂ ਐਸ ਸੱਚ ਇਲੈਕਟ੍ਰਿਕ ਫੀਲਡ ਚ ਇੱਕ ਟੌਪਿਕ ਕੀਤਾ ਸੀਗਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਔਨ ਦਾ ਐਕਸਿਸ ਆਫ ਕਹਿੰਦਾ ਜੀ ਸਰਕੂਲਰ ਕੋਇਲ ठीक है ਤੁਹਾਡੇ ਕੋਲ ਇੱਕ ਸਰਕੂਲਰ ਰਿੰਗ ਗਿਵਨ ਸੀ ਉਹਦੇ ਐਕਸਿਸ ਦੇ ਅਕ੍ਰੋਸ ਤੁਸੀਂ ਇਲੈਕਟ੍ਰਿਕ ਫੀਲਡ ਕੱਢਦੇ ਸੀ ਸੇਮ ਉਸੇ ਪੈਟਰਨ ਦੇ ਟੌਪਿਕ ਆ ਕਹਿੰਦਾ ਜੀ ਮੈਗਨੈਟਿਕ ਫੀਲਡ ਇੰਟੈਂਸਿਟੀ ਫਾਈਂਡ ਆਊਟ ਕਰਨੀ ਆ ਸਰਕੂਲਰ ਕੋਇਲ ਦੇ ਐਕਸਿਸ ਦੇ ਅਕ੍ਰੋਸ ਫਾਈਂਡ ਆਊਟ ਕਰਨੀ ਆ ਉਸ ਆਰਟੀਕਲ ਨਾਲ ਕੋਈ ਇੱਕ ਮੇਜਰ ਡਿਫਰੈਂਸ ਹੋਏਗਾ ਉਹ ਧਿਆਨ ਨਾਲ ਸਮਝਿਓ ਆਪਣੇ ਕੋਲ ਫਿਗਰ ਵਿੱਚ ਚਲੀਏ ਤਾਂ ਆ कहता कि एक सर्कुलर coil given ਆ इस सर्कुलर coil ਨੂੰ ਐਸਐਚ ਇਹਦਾ ਰੇਡੀਅਸ a ਨਾਲ ਲੈ ਰਿਆ ਵੇਰੀਏਬਲ ਉਹੀ ਲਵਾਂਗਾ ਜਿਹੜਾ ਤੁਹਾਨੂੰ ਬੁੱਕ ਚ ਮਿਲ ਜਾਊਗਾ ਇਸ ਸਰਕੂਲਰ coil ਦੇ ਸੈਂਟਰ ਤੋਂ x ਡਿਸਟੈਂਸ ਤੇ ਠੀਕ ਹੈ ਇਹਨੂੰ ਸਮਝਾਵਾਂ ਤੇ ਇਦਾਂ ਕਹਿ ਰਿਹਾ ਆ ਮੈਂ ਆਪਣੇ ਫਿੰਗਰ ਜਿਹੜੀ ਬਣਾ ਰਿਹਾ ਇਹ ਇੱਕ ਸਰਕੂਲਰ coil ਬਣ ਗਈ ਜਿਸ ਚੋਂ ਕਰੰਟ ਪਾਸ ਹੋ ਰਿਹਾ ਤੇ ਇਹਦੇ ਕਰਕੇ ਇਹਦੇ ਸੈਂਟਰ ਤੋਂ x ਡਿਸਟੈਂਸ ਦੂਰ ਇੱਥੇ ਪੁਆਇੰਟ ਆ ਜਿੱਥੇ ਆਪਾਂ ਇਹਦਾ ਮੈਗਨੈਟਿਕ ਫੀਲਡ ਇੰਟੈਂਸਿਟੀ ਕੱਢਣੀ मतलब ये सर्कुलर कॉइल अपने आप च मेरी एक मैग्नेट बन जाएगी इस मैग्नेट का कितना मैग्नेटिक फील्ड दे एक्सिस दे ऊपर होएगा ये चीज ਅਸੀਂ फाइंड आउट करनी है क्या इतनी गल समझ लग रही yes sir yes ਹੁਣ ਜਦੋਂ ਐਸਐਚ ਆ p ਪੁਆਇੰਟ ਤੇ ਮੈਗਨੈਟਿਕ ਫੀਲਡ ਕੱਢਣਾ ਤੇ ਮੈਥਡ ਸੇਮ ਹੋਏਗਾ ਜਿੱਦਾਂ ਆਪਾਂ ਇਲੈਕਟ੍ਰਿਕ ਫੀਲਡ ਵੇਲੇ ਕਹਿੰਦੇ ਸੀਗੇ ਸਮਾਲ ਲੈਂਥ ਤੇ ਸਮਾਲ ਚਾਰਜ ਨੋਟ ਕਰ ਲਓ इतने कहेंगे स्मॉल करंट एलिमेंट वेक्टर कंसीडर कर ये ਤੁਸੀਂ ਲਿਖਾਤਾ ਕਰੰਟ ਜਿਹੜਾ ਉਹ ਐਂਟੀ ਕਲੌਕਵਾਈਜ਼ ਫਲੋ ਕਰਦਾ ਹੈ ਤੇ ਆ ਇੱਕ ਸਮਾਲ ਐਲੀਮੈਂਟ AB ਲੈ ਲਿਆ ਜਿਹਦੀ ਲੈਂਥ ਅਸੀਂ ਕਹਿੰਦੇ ਪਏ ਮੇਰੇ ਕੋਲ DL ਹੋਏ ਇਸ ਸਮਾਲ ਐਲੀਮੈਂਟ ਚ ਜਦੋਂ ਕਰੰਟ ਪਾਸ ਹੋਇਆ ਤੇ ਇਹਦਾ ਕਿੰਨਾ ਮੈਗਨੈਟਿਕ ਫੀਲਡ ਇਸ ਪੁਆਇੰਟ ਆਫ ਆਬਜ਼ਰਵੇਸ਼ਨ ਤੇ ਹੋਏਗਾ ਉਹ ਸ਼ੋ ਆਫ ਕਰ ਉਹਦੇ ਲਈ ਪਹਿਲਾਂ ਇਹਨਾਂ ਦੋਨਾਂ ਪੋਜੀਸ਼ਨਸ ਨੂੰ ਐਸਾ ਇੱਕ ਲਾਈਨ ਨਾਲ ਜੁਆਇਨ ਕਰਦਾ ਪਿਆ ਠੀਕ ਆ ਹੁਣ ਇੱਥੇ ਜਿਹੜੀ ਚੀਜ਼ ਸਮਝਣ ਵਾਲੀ ਆ ਉਹ ਸਮਝਿਓ ਬੇਟਾ ਕੀ ਜਦੋਂ ਪੁੱਤ ਰਿੰਗ ਵਾਲਾ ਟੌਪਿਕ ਆਂਦਾ ਸੀ ਇੱਥੇ ਪੋਜ਼ਿਟਿਵ ਚਾਰਜ ਹੁੰਦਾ ਸੀ ਇੱਥੇ ਟੈਸਟ ਚਾਰਜ ਵੀ ਪੋਜ਼ਿਟਿਵ ਨੂੰ ਰਿਪੈਲ ਕਰਦਾ ਸੀ ਤੇ ਇਲੈਕਟ੍ਰਿਕ ਫੀਲਡ ਦਾ ਐਰੋ ਹੈਡ ਇਸੇ ਲਾਈਨ ਦੇ ਰੋਂਗ ਅੱਗੇ ਤੱਕ ਜਾਂਦਾ ਠੀਕ ਹੈ ਪਰ ਹੁਣ ਅਸੀਂ ਗੱਲ ਕਰਨ ਲੱਗੇ ਮੈਗਨੈਟਿਕ ਫੀਲਡ ਦੀ ਆ ਚੀਜ਼ਾਂ ਸਮਝਿਓ ਤੇ ਜੇ ਮੈਂ ਇਸ ਪੁਆਇੰਟ ਆਫ ਆਬਜ਼ਰਵੇਸ਼ਨ ਤੇ ਮੈਗਨੈਟਿਕ ਫੀਲਡ ਕੱਢਣਾ due to this small element the small element ਦਾ magnetic field ਕੱਢਣ ਲੱਗੇ ਕਿਹੜਾ law use ਕਰੀਦਾ ਬਾਇਟ-ਸੈਵਰਟ law Biot-Savart law ਬਿਲਕੁਲ ਇਹਦਾ ਮਤਲਬ ਜੇ ਆਪਾਂ ਇੱਥੋਂ ਸ਼ੁਰੂ ਕਰੀਏ we know that according to Biot-Savart law dB ਦਾ ਫਾਰਮੂਲਾ ਆ ਜਾਏਗਾ dB ਦਾ ਫਾਰਮੂਲਾ ਆ ਜਾਏਗਾ mu naught by 4 pi ideal sin theta over r square ਗੱਲ ਸਮਝਿਓ ਧਿਆਨ ਨਾਲ ਜੋ ਦੱਸਣ ਲੱਗਿਆ ਜਿਹੜਾ ਬੁੱਤ ਇਸ ਵੇਲੇ ਮੈਗਨੈਟਿਕ ਫੀਲਡ ਇਸ ਪੁਆਇੰਟ ਤੇ ਆਏਗਾ dB ਉਹਦੀ ਡਾਇਰੈਕਸ਼ਨ ਦੱਸਣੀ ਹੋਵੇ ਕਿੱਧਰ ਨੂੰ ਹੋਏਗੀ ਤੇ ਆਪਾਂ ਇਹ ਕਿਹਾ ਸੀਗਾ dB ਵੈਕਟਰ ਦੀ ਡਾਇਰੈਕਸ਼ਨ ਠੀਕ ਹੈ dB ਵੈਕਟਰ ਦੀ ਡਾਇਰੈਕਸ਼ਨ ਹਮੇਸ਼ਾ ਪਰਪੈਂਡੀਕੂਲਰ ਹੁੰਦੀ ਆ ਉਸ ਪਲੇਨ ਦੇ ਜਿਸ ਪਲੇਨ ਚ ਆਈਡੀਅਲ ਤੇ r ਵੈਕਟਰ ਲਾਈ ਕਰਦੇ ਆ ਇਹ ਜੇ ਨੂੰ ਮੈਂ ਵੈਕਟਰ ਫਾਰਮ ਚ ਲਿਖਣਾ ਹੋਵੇ ਤੇ ਆਪਾਂ ਇਹਨੂੰ ਵੈਕਟਰ ਫਾਰਮ ਜਿੱਦਾਂ ਪੜ੍ਹਦੇ ਸੀ ਆਈਡੀਅਲ ਵੈਕਟਰ क्रॉस r ਵੈਕਟਰ ਔਰ ਨੀਚੇ r ਕਿਊਬ ਇਹ ਮਤਲਬ ਜਿਹੜੇ ਪਲੇਨ ਚ ਆਈਡੀਅਲ ਤੇ r ਲਾਈ ਕਰੋਗੇ ਉਸ ਪਲੇਨ ਦੇ ਪਰਪੈਂਡੀਕੂਲਰ dB ਵੈਕਟਰ ਹੋਏਗਾ क्या इतनी गल समझ लग रही yes sir ठीक है yes sir इस फिगर च चलिए ते जे ये फिगर च आ रिंग मेरी एस च 2D प्लेन च पई आ रिंग मेरी आ मान लो मेरी फिंगर जेडी मैं बना रहा ये 2D प्लेन च पई आ ਤੇ ਇਹਦਾ ਪੁਆਇੰਟ ਆਫ ਆਬਜ਼ਰਵੇਸ਼ਨ ਵੀ ਉਸੇ ਪਲੇਨ ਚ ਆ ਯਾਨੀ ਇਹ XY ਪਲੇਨ ਹੋਵੇ ਤੇ ਜਿਹੜਾ ਮੈਗਨੈਟਿਕ ਫੀਲਡ ਇਸ ਪੁਆਇੰਟ ਤੇ ਹੋਏਗਾ ਉਹ ਅਲੋਂਗ ਦਾ ਲਾਈਨ ਨਹੀਂ ਦਿਖਾਊਗਾ
ठीक है, वो मैग्नेटिक फील्ड इस पॉइंट पे परपेंडिकुलर टू द प्लेन आएगा, यानी इस साइड नु dv1 मैग्नेटिक फील्ड लिखदा पे, मैग्नेटिक फील्ड इस r वाली लाइन यानी आ डिस्टेंस नु नाम देना होवे r आजू, जिदी वैल्यू मेरी x स्क्वायर प्लस a स्क्वायर के बराबर होएगी, ठीक है। Yes, sir. बड़ा लिख r ਦੀ ਵੈਲਿਊ a ਸਕੁਅਰ ਪਲੱਸ x ਸਕੁਅਰ ਆਏਗੀ। ਅਸੀਂ ਇਹ ਕਿਹਾ ਪੁੱਤ ਕਿ ਜਿਹੜਾ ਇਸ ਪੁਆਇੰਟ ਤੇ ਮੈਗਨੈਟਿਕ ਫੀਲਡ ਹੋਏਗਾ, ਇਸ ਮੈਗਨੈਟਿਕ ਫੀਲਡ ਦੀ ਜਿਹੜੀ ਡਾਇਰੈਕਸ਼ਨ ਆ, ਇੱਥੇ ਬਣਨ ਵਾਲੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਉਹ ਇਸ ਦੇ ਪਲੇਨ ਦੇ ਪਰਪੈਂਡੀਕੂਲਰ ਯਾਨੀ dv r ਦੇ ਤੇ ਆਈਡੀਅਲ ਦੇ ਪਰਪੈਂਡੀਕੂਲਰ ਆ, ਉਹਨੂੰ ਦਿਖਾਉਣ ਵਾਸਤੇ ਅਸੀਂ r ਵਾਲੀ ਲਾਈਨ ਦੇ ਇਸ ਜਗ੍ਹਾ ਤੇ ਇੱਕ ਪਰਪੈਂਡੀਕੂਲਰ ਡਰਾ ਕਰ ਦਿੱਤਾ। ਕੀ ਇੰਨੀ ਗੱਲ ਕਲੀਅਰ ਆ? Yes. Yes, sir. Yes, sir. Yes, sir. सिमिलरली जेकर ਇਹਦਾ डायमेट्रिकली ऑपोजिट एंगल ले लवा, आ वाला पोर्शन CD ले लवा, ਇਹਦੀ ਵੀ ਲੈਂਥ D ਲੈ ਲਾ ਤੇ ਇਹਦਾ ਵੀ ਮੈਗਨੈਟਿਕ ਫੀਲਡ ਉਸ ਪੁਆਇੰਟ ਤੇ ਕੱਢਣਾ ਹੋਵੇ ਤੇ ਉਹ ਇਸ ਦੇ ਪਰਪੈਂਡੀਕੂਲਰ ਯਾਨੀ ਇੱਥੇ dp2 ਲਿਖ ਦਵਾਂਗਾ। ਕੀ ਇੰਨੀ ਗੱਲ ਕਲੀਅਰ? Yes, sir. Yes, sir. Yes, sir. ਧਿਆਨ ਰੱਖਿਓ, ਇੱਕ ਚੀਜ਼ ਦਾ ਧਿਆਨ ਰੱਖਿਓ, ਆ ਲਾਈਨ ਨੂੰ ਐਕਸਟੈਂਡ ਕਰਕੇ ਉਹਦੇ ਤੇ dv2 ਤੇ ਆ ਲਾਈਨ ਨੂੰ ਐਕਸਟੈਂਡ ਕਰਕੇ ਉਹਦੇ ਤੇ dv1 ਨਹੀਂ ਦਿਖਾਇਆ। dv1 ਇਸ ਲਾਈਨ ਦੇ ਪਰਪੈਂਡੀਕੂਲਰ ਦਿਖਾ ਦਿਓ, dv2 ਜਿਹੜਾ ਉਹ ਇਸ ਲਾਈਨ ਦੇ ਪਰਪੈਂਡੀਕੂਲਰ ਆਪਾਂ ਸ਼ੋ ਆਫ ਕਰਾਂਗੇ। ਇਹਨਾਂ ਕਲੀਅਰ ਆ? Yes, sir. Yes, sir. ਚਲੋ Yes. ਇਹਦੇ ਅੰਦਰ ਇੱਕ ਅਸੰਪਸ਼ਨ ਆ ਕਿ ਵੀ ਜਿਹੜੀ ਤੁਸੀਂ ਬੇਸਿਕਲੀ ਫਿਗਰ ਦੇਖਦੇ ਪਏ ਨਾ, ਇਹ ਇੰਨੀ ਕੁ ਛੋਟੀ ਹੈਗੀ ਆ ਕਿ ਇਸ ਸਰਕੂਲਰ ਰਿੰਗ ਦਾ ਰੇਡੀਅਸ ਜਿਹੜਾ है ना वो इस r ਦੇ ਕੰਪੈਰੀਟਿਵਲੀ ਨੈਗਲੀਜੀਬਲ, मतलब ਅਸਲ 'ਚ ਇਹ ਪੂਰੇ ਦੀ ਪੂਰੀ ਫਿਗਰ ਸ਼ਾਇਦ ਜਿਹੜੀ ਆਮ ਇੱਕ ਨਿੱਕਾ ਜਿਹਾ ਸਰਕਲ ਬਣਾਤਾ, ਇਸ ਤੋਂ ਵੀ ਛੋਟੇ ਸਰਕੂਲਰ ਰਿੰਗ ਵਾਸਤੇ ਸਟੈਂਡ ਕਰਦੀ ਹੈ। ਉਹ ਕਹਿੰਦਾ ਵੀ ਉਹਦੇ ਨਾਲ ਫਰਕ ਕਿੱਥੇ ਪੈਣਾ? ਉਹਦਾ ਫਰਕ ਇਹ ਹੋਏਗਾ ਕਿ ਜੇ ਇਸ ਪੋਜੀਸ਼ਨ ਤੇ, ਜੇ ਮੈਂ ਇਸ ਪੋਜੀਸ਼ਨ ਤੇ ਆਈਡੀਅਲ ਵੈਕਟਰ ਲਿਖਾਂ ਤੇ ਆਈਡੀਅਲ ਦੇ ਲਈ ਆਈਡੀਅਲ ਵਾਸਤੇ ਮੈਂ ਕਿਹਾ ਸੀਗਾ कि आइडियल करंट एलिमेंट वेक्टर है और ओदी डायरेक्शन हमेशा गिवन पॉइंट ते टेंजेंट दे अलोंग ਅਸੀਂ शो ऑफ ਕਰਦੇ, यानी जे AB पोर्शन जो I एम्पीयर करंट निकलदा पिया जिदी लेंथ DL आ ਤੇ ਇੱਥੇ ਕਰੰਟ ਐਲੀਮੈਂਟ ਵੈਕਟਰ ਆਈਡੀਅਲ ਜਿਹੜਾ ਹੋਏਗਾ ਉਹ ਇਸ ਪੋਜੀਸ਼ਨ ਤੇ ਟੈਂਜੈਂਟ ਦੇ ਅਲੋਂਗ ਆ ਤੇ ਇਹ ਆਈਡੀਅਲ ਵੈਕਟਰ ਤੇ ਆਰ ਵੈਕਟਰ ਹੈ ਨਾ, ਇਹ ਉਸ ਇਨਸਟੈਂਟ ਤੇ ਜਦੋਂ ਇਹ ਰਿੰਗ ਬਹੁਤ ਛੋਟੇ ਸਾਈਜ਼ ਦੀ ਹੋਏਗੀ ਉਦੋਂ ਆਈਡੀਅਲ ਤੇ ਆਰ ਵੈਕਟਰ ਇਹ ਇੱਕ ਦੂਜੇ ਦੇ ਪਰਪੈਂਡੀਕੂਲਰ ਨੇ। ਕੀ ਇੰਨੀ ਗੱਲ ਸਮਝ ਲੱਗੀ? Yes. Yes, sir. Yes, sir. आप तो फॉर्मूला सही करके दोबारा लिख रहे हैं उससे फॉर्म ची, ठीक है, इसे नो ਆਪਾਂ ਇਦਾਂ ਲਿਖ ਦਈਏ और dv इक्वल टू इतने वेक्टर फॉर्म सी इनो ਆਪਾਂ सिंपल स्केलर फॉर्म ਚ ਲਿਖ ਦਈਏ mu naught by 4 pi आइडियल sin थीटा by r स्क्वायर। ਇੱਥੇ ਕੰਡੀਸ਼ਨ ਲਾ ਰਹੇ ਹਾਂ ਕਿ ਵੀ ਜੇਕਰ as such ring was smaller as a is very much smaller than r, ठीक है, then ideal and r are taken as perpendicular to each other, therefore ਅਸੀਂ थीटा ਜਿਹੜਾ ਹੋਏਗਾ ਉਹ 90 डिग्री लेके ਇਹਦਾ मैग्नेटिक फील्ड ਦੀ स्मॉल वैल्यू डिफाइन कर ਦਾਂਗੇ, dv आ जाएगा mu naught by 4 pi ideal by r square। क्या ਇੰਨੀ ਗੱਲ क्लियर? Yes. Yes. Yes, sir. Yes, sir. जो फिर उससे फिगर्स वापस चल रहे होते ਹੁਣ ਇਸ ਮੂਵਮੈਂਟ ਤੇ ਜੇ ਆਪਾਂ ਇਧਰੋਂ ਲਈਏ ਆ ਸਾਈਡ axr ਦਾ ਆ ਸਾਈਡ axr ਆ, ਇਹ ਵੱਲ ਦੋਨੋਂ ਪਾਸੇ ਐਂਗਲ ਇਕੁਅਲ ਸਬਟੈਂਡ ਹੋਊਗਾ। Yes, sir. Yes, sir. ਆਪਣੇ ਐਂਗਲ ਜਿਹੜੇ ਫਾਈ ਸ਼ੋ ਆਫ ਕਰਦੇ ਮੈਂ ਐਂਗਲ ਇੱਥੇ ਫਾਈ ਸ਼ੋ ਆਫ ਕਰਕੇ, ਠੀਕ ਹੈ, ਫਿਗਰ ਸਮਝ ਲਿਓ। ਹੁਣ ਇੱਥੇ ਜੇ ਮੈਂ y ਐਕਸਿਸ ਦੇ ਪੈਰਲਲ ਆ ਇੱਕ ਲਾਈਨ ਡਰਾ ਕਰਕੇ ਚੱਲਾਂ, ठीक है, जे आ एंगल मेरा फाई होया, ठीक है जी, आ एंगल फाई होया, आ x वाली लाइन ते आ y वाली लाइन एक दूजे दे परपेंडिकुलर आ, जिदे करके आ इना एंगल मेरा 90 आ
90 ਚੋਂ ਜੇ ਆ phi ਨਿਕਲ ਗਿਆ ਤੇ ਆ ਐਂਗਲ ਮੇਰਾ 90 minus phi ਬਣ ਜੂ। Yes, Yes, sir. sir. Yes, sir. Yes. ਆ ਵਾਲੀ ਲਾਈਨ ਠੀਕ ਹੈ, ਆ ਵਾਲੀ ਲਾਈਨ ਤੇ ਆ ਵਾਲੀ ਲਾਈਨ ਇਹ ਇੱਕ ਦੂਜੇ ਦੇ ਪਰਪੈਂਡੀਕੂਲਰ ਆ ਤੇ ਜੇ ਇਹ ਪਰਪੈਂਡੀਕੂਲਰ ਆ ਉਹਦੇ ਵਿੱਚੋਂ ਇੰਨਾ ਐਂਗਲ 90 minus phi ਹੋਇਆ ਤੇ ਆ ਵਾਲਾ ਐਂਗਲ ਮੇਰਾ phi ਆ ਜੂ। Yes, sir. Yes, sir. Yes, sir. ਸੋ ਪੁੱਤ ਦੋ ਫਰਕ ਪੈ ਗਏ ਰਿੰਗ ਵਾਲੇ ਟੌਪਿਕ ਨਾਲੋਂ। ਇੱਕ ਤੇ ਰਿੰਗ ਵਾਲੇ ਚ ਅਸੀਂ ਇਸੇ ਲਾਈਨ ਨੂੰ ਅੱਗੇ ਤੱਕ ਐਕਸਟੈਂਡ ਕਰਦੇ ਸੀ, ਦੂਜਾ ਉਹਦੇ ਇੱਥੇ ਐਂਗਲ ਜਿਹੜਾ ਵਾ ਉਹ phi ਹੁੰਦਾ ਸੀ। ਉਹਦੇ ਨਾਲ ਫਰਕ ਕਿੱਥੇ ਪੈਣਾ, ਉਸ ਆਰਟੀਕਲ ਚ ਰਿੰਗ ਵਾਲੇ ਚ ਜੇ ਯਾਦ ਹੋਵੇ ਇਲੈਕਟ੍ਰਿਕ ਫੀਲਡ ਵਾਲੇ ਚ ਉੱਥੇ ਸਾਈਨ ਕੰਪੋਨੈਂਟ ਕੈਨਸਲ ਹੁੰਦੇ ਸੀ, cos ਕੰਪੋਨੈਂਟ ਐਡ ਹੁੰਦੇ ਸੀ। ਇੱਥੇ ਪੁੱਠਾ ਵਾ, ਇੱਥੇ ਜੇ ਤੁਸੀਂ ਧਿਆਨ ਦਿਓ ਤੇ ਆ ਐਂਗਲ phi ਹੋਣ ਕਰਕੇ इधरले पासे को आ गया dv2 cos phi और आ x एक्सिस वाली लाइन पे आ गया dv2 sin phi। इधर dv1 का इधर कंपोनेंट आ गया dv1 cos phi और इस साइड में का कंपोनेंट आ गया dv1 sin phi। क्या क्लियर है फिगर? Yes, sir. Yes, Yes, sir. Sir. चलो यानी उस आर्टिकल वाला फर्क ये है उत्ते cos कंपोनेंट बचदे सी sin कैंसल, ਇਹਦੇ ਚ sin ਬਚੇ ਤੇ cos कैंसल। ਇਹ ਆਪਾਂ ਗੱਲ ਕੀਤੀ ਇੱਕ ਡਾਇਆਮੀਟਰ ਦੀ ਤੇ ਇਦਾਂ ਦੇ ਜਿੰਨੇ ਵੀ ਇਸ ਰਿੰਗ ਦੇ ਡਾਇਆਮੀਟਰ ਲੰਦਾ ਜਾਵਾਂਗਾ ਉਹਨਾਂ ਸਾਰਿਆਂ ਦੇ cos ਕੰਪੋਨੈਂਟ ਕੈਂਸਲ ਹੋਈ ਜਾਣੇ ਤੇ sin ਕੰਪੋਨੈਂਟ ਸਾਰੇ ਦੇ ਐਡ ਹੋ ਜਾਣੇ। ਕੀ ਇੰਨੀ ਗੱਲ ਕਲੀਅਰ? Yes, sir. Yes, sir. ਇੱਥੇ ਆ ਜਾਏਗਾ ਜੀ on resolving dv1 and dv2 ठीक है, their cosine components should cancel each other ठीक है, therefore a resultant magnetic intensity ठीक है is given by B equal to integration of dv sin phi। इंटीग्रेशन क्यों लाया, समेशन क्यों नहीं? ਉਹਦਾ ਕਾਰਨ ਇਹ ਹੈਗਾ ਕਰੰਟ ਜਦੋਂ ਸਰਕੂਲਰ ਲੂਪ ਚੋਂ ਪਾਸ ਕਰਨਾ ਨਾ, ਕਰੰਟ ਕੰਟੀਨਿਊਟੀ ਚ ਪਾਸ ਕਰਨਾ ਬੇਟਾ, ਉਹਦੇ ਚ ਕੋਈ ਬ੍ਰੇਕ ਨਹੀਂ ਆ ਸਕਦੀ ਠੀਕ ਹੈ। ਇਸ ਲੂਪ ਦੇ ਅੰਦਰ ਬ੍ਰੇਕ ਨਹੀਂ ਹੋਏਗੀ, ਕਰੰਟ ਕੰਟੀਨਿਊਸਲੀ ਪੂਰੀ ਰਿੰਗ ਚੋਂ ਪਾਸ ਹੁੰਦਾ ਪਿਆ, ਇਸ ਲਈ ਟੋਟਲ ਕੱਢਣ ਵਾਸਤੇ ਮੇਰੇ ਕੋਲ ਇੰਟੀਗ੍ਰੇਸ਼ਨ ਆ ਜਾਏਗਾ। क्या इतना क्लियर है? Yes, sir. Yes, sir. Sir, last time repeat करिए कोई। ਲਾਸਟ ਦੇ ਵਿੱਚ ਕਾਕੇ ਦੱਸਿਆ ਵਾ ਕਿ ਜਦੋਂ ਰਿੰਗ ਚੋਂ ਕਰੰਟ ਪਾਸ ਕਰਨਾ ਤੇ ਇੱਕ ਸਮਾਲ ਐਲੀਮੈਂਟ ਲੈ ਲਿਆ AB ਜਾਂ CD, ਇਹਦੇ ਪੂਰੀ ਰਿੰਗ ਦੇ ਜਿਹੜੇ ਹੋਰ ਸਮਾਲ ਐਲੀਮੈਂਟ ਲਵਾਂਗਾ ਉਹ ਸਾਰੇ ਇੱਕ ਕੰਟੀਨਿਊਟੀ ਚ ਆਉਗੇ। Yes, sir. ਤੇ ਜੇ ਕੰਟੀਨਿਊਟੀ ਚ ਆਉਂਦੇ ਫਿਰ ਟੋਟਲ ਕੱਢਣ ਵਾਸਤੇ ਸਾਨੂੰ ਐਸਐਚ ਸਮੇਸ਼ਨ ਨਹੀਂ ਇੰਟੀਗ੍ਰੇਸ਼ਨ ਦੇ ਸਾਈਨ ਦੀ ਲੋੜ ਪੈਂਦੀ ਹੈ। ਕਲੀਅਰ ਆ? Yes, sir. ਚਲੋ ਹੁਣ ਜੇ ਇੱਥੇ ਟੋਟਲ ਮੈਗਨੈਟਿਕ ਕੈਲਕੂਲੇਟ ਕਰਨਾ ਆਪਾਂ, ਇੱਥੇ dv ਦੀ ਵੈਲਿਊ ਠੀਕ ਹੈ ਤੇ ਨਾਲ sin phi ਦੀ ਵੈਲਿਊ ਫਿਗਰ ਤੋਂ ਉਹ ਬਣਾ ਕੇ ਪੁੱਟ ਅਪ ਕਰ ਲਓ। ਯਾਨੀ ਆਪਣਾ ਨੈਕਸਟ ਸਟੈਪ ਆ ਜਾਏਗਾ therefore b equal to integration of dv ਦੀ ਥਾਂ ਤੇ ਪਹਿਲਾਂ ਪੂਰੀ ਵੈਲਿਊ ਭਰ ਲਓ ਠੀਕ ਹੈ। ਵੈਲਿਊ ਆ ਜਾਏਗੀ mu naught by 4 pi ideal by r square into sin phi ਦੀ ਵੈਲਿਊ ਵੀ ਭਰ ਦਿਓ। sin phi ਇਸ ਫਿਗਰ ਚੋਂ ਲੈ ਲਾਂਗੇ perpendicular over hypotenuse, ਯਾਨੀ ਆਪਣੇ ਕੋਲ ਵੈਲਿਊ ਆ ਗਈ a by r, ਇਹਨੂੰ ਲਿਖੀਏ b ਆ ਗਿਆ mu naught by 4 pi I by I into a by r cube integration of dl। क्लियर है जी? Yes. Yes, sir. Yes, sir. चलो ਹੁਣ ਜੇ ਇਹਨੂੰ ਕੰਟੀਨਿਊ ਕਰੋ, ਹੁਣ ਇੱਥੇ dl ਹੈਗੀ ਸਮਾਲ ਲੈਂਥ ਤੇ ਪੂਰੀ ਸਰਕਲ ਦੀ ਲੈਂਥ ਕਿੰਨੀ ਹੋਗੀ ਜੀ? 2 pi. 2 pi. 2 pi A. 2 pi ਟਾਈਮ ਦਾ ਰੇਡੀਅਸ ਹੈ ਨਾ, ਰੇਡੀਅਸ ਉਹਦਾ a ਆ
therefore अपने को मैग्नेटिक फील्ड का फार्मूला आ गया म्यू नॉट बाय 4 पाई I a over r cube into 2 pi a clear है निगल Yes, sir. Yes, sir. Yes, sir. r ਦੀ ਵੈਲਿਊ ਸਬਸਟੀਟਿਊਟ ਕਰ ਸਕਦੇ ਆਪਾਂ ਤੇ ਆਪਣਾ ਰਿਲੇਸ਼ਨ ਆ ਜਾਏਗਾ ठीक है here r equal to under root of a square plus x square therefore magnetic field का फार्मूला आ गया mu naught by 4 pi into 2 pi I a square ਕਿਸੇ ਕਾਰਨ ਕਰਕੇ 2 pi ਨਾ pi ਨਹੀਂ ਕੱਟਦਾ ਪਿਆ ਠੀਕ ਹੈ ਆਪਾਂ ਨੂੰ ਵੈਲਿਊ ਦੀ ਲੋੜ ਪੈਣੀ ਹੈ ਓਵਰ ਆ ਗਿਆ ਸਾਡੇ ਕੋਲ a square plus x square power 3/2 क्या इतना रिजल्ट क्लियर है Yes, sir. Yes, sir. Yes, sir. ਇਹ ਜੀ ਇੱਕ ਕੰਡੀਸ਼ਨ ਦੇ ਰਿਹਾ ਕਿ ਵੀ ਆਪਾਂ ਇੱਕ ਸਿੰਗਲ ਸਰਕੂਲਰ ਟਰਨ ਵਾਲੀ ਕੁਆਇਲ ਲਿੱਤੀ ਹੈ ਤੇ ਜੇ ਇਦਾਂ ਦੇ n ਟਰਨਸ ਹੋਣ ਹਨਾ ਤੇ ਇਹਦਾ ਮਤਲਬ ਦੇਖੋ ਜਿਹੜਾ ਟੋਟਲ ਮੈਗਨੈਟਿਕ ਫੀਲਡ ਹੋਏਗਾ ਇੱਕ ਸਰਕੂਲਰ ਕੁਆਇਲ have n number of turns then magnetic field ਦੀ value ਇਸ ਵੈਲਿਊ ਨਾਲੋਂ n ਟਾਈਮ ਹੋਰ ਵੱਧ ਜਾਊ ਕੋਈ ਨਿਆਣੇ ਹੋ हाँ जी सर। Yes, sir. Yes, sir. Yes, sir. ਇਹ ਬੱਚੇ ਰਿਜ਼ਲਟ ਸਿਰਫ ਆਪਾਂ ਇਹ ਕਿਹਾ ਵਾ ਕਿ ਵੀ ਜੇ n ਟਰਨਸ ਨੇ ਔਰ ਸਾਰੇ ਟਰਨ ਚ ਕਰੰਟ ਸੇਮ ਡਾਇਰੈਕਸ਼ਨ ਚ ਘੁੰਮਦਾ ਹੋਵੇ ਤੇ ਫਿਰ ਟੋਟਲ ਮੈਗਨੈਟਿਕ ਫੀਲਡ ਜਿਹੜਾ ਹੋਏਗਾ ਉਹ ਆਪਣੇ ਇਸ ਗਿਵਨ ਮੈਗਨੈਟਿਕ ਫੀਲਡ ਨਾਲੋਂ n ਟਾਈਮ ਵੱਧ ਜਾਊ ਹਾਂਜੀ sir. Yes, sir. Yes, sir. Yes, sir. Yes, sir. ਹੁਣ ਇਹਦੇ ਵਿੱਚ ਇਹਦੇ ਸਬ ਕੇਸਿਸ ਬੰਨੇ ਔਰ ਜਿਹੜਾ ਰਿਜ਼ਲਟੈਂਟ ਮੈਗਨੈਟਿਕ ਫੀਲਡ ਆਇਆ ਵਾ ਜੇ ਇਹਦੀ ਪੁੱਤ ਡਾਇਰੈਕਸ਼ਨ ਦੀ ਗੱਲ ਕਰਾਂ ਤੇ ਇਹ ਅਲੋਂਗ x ਐਕਸਿਸ ਆ ਜਾਏਗਾ ਜਿਹੜੀ ਰਿੰਗ ਦਾ ਐਕਸਿਸ ਹੋਏਗਾ ਨਾ ਉਸੇ ਐਕਸਿਸ ਦੇ ਅਲੋਂਗ ਮੈਗਨੈਟਿਕ ਫੀਲਡ ਲਾਈ ਕਰੇਗਾ ਕਿਉਂਕਿ ਆਹ ਕੰਪੋਨੈਂਟ ਕੈਨਸਲ ਹੋਈ ਜਾਂਦੇ ਜਿਹੜੇ ਕੰਪੋਨੈਂਟ ਬਚਦੇ ਆ ਉਹ ਰਿੰਗ ਦੇ ਐਕਸਿਸ ਦੇ ਅਲੋਂਗ ਲਾਈ ਕਰਦੇ ਆ ਕਲੀਅਰ ਹੈ ਨੀ ਗੱਲ Yes, sir. Yes, sir. ਹੁਣ ਇਹਦੇ ਵਿੱਚ ਉਹਨੇ ਇਹਦੇ ਸਬ ਕੇਸ ਬਣਾਏ ਆ ਠੀਕ ਹੈ ਇਹਦੇ ਸਪੈਸ਼ਲ ਕੇਸਿਸ ਆ ਜਾਣੇ ਉਹ ਚ ਫਰਸਟ ਕੇਸ ਆਪਾਂ ਇਹ ਲੈ ਲੈਨੇ if point of observation lies at center of the coil ਇਹ ਜਿਹੜਾ ਤੁਹਾਡਾ ਪੁਆਇੰਟ ਆਫ ਆਬਜ਼ਰਵੇਸ਼ਨ ਆ ਉਹ ਇੱਥੇ ਨਾ ਲਾਈ ਕਰਕੇ ਕੋਇਲ ਦੇ ਸੈਂਟਰ ਤੇ ਆ ਜਾਏ ਕੀ ਹੋਏਗਾ ਉਸ ਵੇਲੇ X equals 0. x 0 ਕਰ ਦਿਓ ਕਿ ਜੇ x ਇੱਥੇ 0 ਕਰ ਲਈਏ ਤੇ ਆਪਣਾ ਰਿਜ਼ਲਟ ਕੀ ਬਣ ਜਾਏਗਾ that is x equal to 0 therefore magnetic field ਦਾ ਫਾਰਮੂਲਾ ਆ ਜਾਏਗਾ mu naught by 4 pi 2 n I pi a square over a square power 3/2 2 ना 2 पावर कैंसिल कर दो a क्यूब आना a क्यूब जो a square कैंसिल हो गया अपने को मैग्नेटिक फील्ड का फार्मूला आ जाएगा mu naught by 4 pi 2 n I pi over a इतना आजू जी Yes, sir. Yes, sir. Yes, sir. Yes, sir. ये पहला केस है बेटा सेकंड केस है ये बन जाएगा if x is very much larger than a जे x की वैल्यू a तो बहुत लार्ज होएगी की मतलब होए इस चीज का Sir, negligible. Negligible होगा. हो जाएगा ਇਹਦਾ ਮਤਲਬ ਹੈ ਇਸ ਰਿੰਗ ਨੂੰ ਤੁਸੀਂ ਇੰਨੀ ਕੁ ਦੂਰੋਂ ਦੇਖਦੇ ਪਏ ਹੋ ਕਿ ਇਹ ਰਿੰਗ ਜਸਟ ਇੱਕ ਪੁਆਇੰਟ ਸਾਈਜ਼ 'ਚ ਲੱਗੇਗੀ ਯਾਨੀ ਜੇ x ਬਹੁਤ ਲਾਰਜ ਹੋ ਗਿਆ ਇਸ ਦੇ ਰੇਡੀਅਸ ਨਾਲੋਂ ਇਹ ਮਤਲਬ ਬਹੁਤ ਦੂਰੋਂ ਉਹਨੂੰ ਮੈਂ ਆਬਜ਼ਰਵ ਕਰਦਾ ਪਿਆ ਤੇ ਉਸ ਉਨੇ ਲੌਂਗਰ ਡਿਸਟੈਂਸ ਤੋਂ ਇਹ ਰਿੰਗ ਮੈਨੂੰ ਇੱਕ ਪੁਆਇੰਟ ਸਾਈਜ਼ ਅਪੀਅਰ ਹੋਏਗੀ Yes, sir. Yes, sir. Yes, sir. Yes, sir. ਤੇ ਜੇ ਇਸ ਮੂਮੈਂਟ ਤੇ x ਗ੍ਰੇਟਰ ਦੈਨ a ਆ ਤੇ ਇੱਥੇ ਇਹਦਾ ਮਤਲਬ a ਨੂੰ ਨੈਗਲੈਕਟ ਕਰਨਾ ਕਿ ਆ a ਨੈਗਲੈਕਟ ਹੋ ਜੂ No, sir. नो सर। ਨਹੀਂ ਹੋਏਗਾ ਨੈਗਲੈਕਟ ਜਦੋਂ ਵੀ ਹੁੰਦਾ ਕੰਪੈਰੀਜ਼ਨ ਚ ਹੁੰਦਾ ਯਾਨੀ ਇੱਥੇ ਜਿਹੜੀ ਟਰਮ ਪਈ a ਸਕੁਅਰ x ਸਕੁਅਰ ਵਾਲੀ ਇੱਥੇ ਅਸੀਂ ਕਵਾਂਗੇ x ਦੇ ਕੰਪੈਰੀਟਿਵਲੀ a ਨੈਗਲੈਕਟ ਕਰ ਦੋ ਤੇ ਫਿਰ ਆਪਣੇ ਕੋਲ ਮੈਗਨੈਟਿਕ ਫੀਲਡ ਦਾ ਫਾਰਮੂਲਾ
म्यू नॉट बाय 4 पाई, ठीक है। आगे लिखते चलो कि अपने को टर्म आ गई 2ni पाई a स्क्वायर ओवर मेरे को तो आ गया कि a स्क्वायर प्लस x स्क्वायर, a स्क्वायर निगलेक्ट हो गया, x स्क्वायर की पावर 3/2, 2 ना 2 कैंसिल हो गया, ओवर आ गया x क्यूब। इतनी गल क्लियर? Yes, sir. Yes, sir. Yes, sir. Yes, sir. ਹੁਣ ਇਹਦੇ ਵਿੱਚ ਕੁਝ ਅੱਗੇ ਹੋਰ ਕਰਨ ਲੱਗਿਆ, ਉਹ ਭਾਵੇਂ ਆਪਾਂ ਇਸੇ ਸਟੈਪ ਤੇ ਵੀ ਕਰ ਸਕਦੇ ਸੀਗੇ। ਹੁਣ ਕੀ ਇਹਦੇ ਚ ਐਡ ਕਰ ਲਿਆ, ਉਹ ਸਮਝਿਓ तीन ਚੀਜ਼ ਨੂੰ। ਕਹਿੰਦਾ ਇਹਦੇ ਵਿੱਚੋਂ ਜੇ ਇੰਨੀ ਟਰਮ ਜਿਹਨੂੰ ਸਰਕਲ ਕਰਦਾ ਪਿਆ, ਇਹ ਕੀ ਚੀਜ਼ ਬਣੀ ਮੇਰੀ ਪਾਈ a ਸਕੁਅਰ Area. Area. ਏਰੀਆ ਆਫ ਦਾ ਕੋਇਲ ਆ ਗਿਆ, ਹੈ ਨਾ। ਯਾਨੀ ਜੇ ਆਪਾਂ ਇੱਥੇ ਸਬਸਟੀਟਿਊਟ ਕਰ ਦਈਏ ਪੁੱਟ ਪਾਈ a ਸਕੁਅਰ ਇਕੁਅਲ ਟੂ ਕੈਪੀਟਲ A, और कैपिटल A क्लियर है हुन हरमन? हाँ जी सर। चल पाई a स्क्वायर को a पुट अप कर लो, ठीक है। फिर दूसरे पासे अपने को टर्म बन जाएगी म्यू नॉट बाय 4 पाई इनटू 2i n भी इधर नियर बाय लेके चले आ, इधर लिख दो भाई ni इनटू a ओवर x क्यूब, ठीक है। हुन इथे कोई टर्म डिफाइन करन लगिया, गल समझे ध्यान नाल। जे ਆਪਾਂ ਕੋ ਤੇ ਇਹ ਕਿਹਾ ਸੀਗਾ ਕਿ ਵੀ ਆਪਣੇ ਕੋਲ ਜਦੋਂ ਐਸਐਚ ਕਰੰਟ ਪਾਸ ਕਰਦਾ ਕਿਸੇ ਵਾਇਰ ਚੋਂ, ਹਨਾ, ਤੇ ਇਹਦੇ ਕਰਕੇ ਆਪਾਂ ਇੱਥੇ ਕੀ ਕੈਲਕੂਲੇਟ ਕਰਦੇ ਪਏ? ਮੈਗਨੈਟਿਕ। ਹੁਣ ਗੱਲ ਇਹ ਕਰਨ ਲੱਗਿਆ ਮੈਗਨੈਟਿਕ ਫੀਲਡ ਕਿਹਦਾ ਹੁੰਦਾ? कंडक्टर। मैग्नेट। जे मैं गल करा कि भी ਇਹਦੇ ਅਰਾਊਂਡ मैं कोई चीज लेके आ रहा ਤੇ ਇਹ ਉਸ ਨੂੰ ਆਪਣੇ ਵੱਲ ਅਟਰੈਕਟ ਕਰਦਾ, ਅਸੀਂ ਕਹਿੰਦੇ ਯਾਰ ਇਹ ਮੈਗਨੇਟ ਹੋਊਗੀ, है ना। ਇਹਦਾ ਮਤਲਬ ਆ ਕਿ ਵੀ ਜਿਹੜਾ ਐਸਐਚ ਕਿਸੇ ਪੁਆਇੰਟ ਤੇ ਮੈਗਨੈਟਿਕ ਫੀਲਡ ਆ, ਇਟ ਆਲਵੇਜ਼ ਪ੍ਰੋਡਿਊਸਡ ਬਾਈ ਦਾ ਮੈਗਨੇਟ। ਤੇ ਜੇ ਮੈਗਨੇਟ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ, ਇਹਦਾ ਮਤਲਬ ਤੁਹਾਡੀ ਸਰਕੂਲਰ ਕੋਇਲ ਐਸੋ ਦੇ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰੇਗੀ। Yes, sir. Yes, sir. Sir, repeat करें तो। मैग्नेट आ, जे ये मैग्नेट आ ते मैग्नेट हमेशा डाइपोल दी फॉर्म च एग्जिस्ट करदी आ। मैग्नेट दे कदी भी मोनोपोल नहीं हुंदे। जे आ एक मैग्नेट होवे नॉर्थ ते साउथ पोल, मैं कहां जी नॉर्थ ते साउथ बखरे कर दिते ते आ कला नॉर्थ ते आ कला साउथ, इज इट पॉसिबल? No, No, sir. sir. No, sir. आप च आ अपने आप च कंप्लीट एक मैग्नेट होएगा, आ अपने आप च कंप्लीट एक मैग्नेट होएगा, जिन्ने मर्जी छोटे पीस करी चला, ठीक है। मैग्नेट नेवर एग्जिस्ट इन द मोनोपोल फॉर्म। ਇਹਦਾ ਮਤਲਬ ਹੈ ਮੈਗਨੇਟ ਮੇਰੀ ਆਪਣੇ ਆਪ ਚ ਡਾਈਪੋਲ ਦੀ ਫਾਰਮ ਚ ਰਹੇਗੀ। ਤੇ ਜੇ ਮੈਗਨੇਟ ਡਾਈਪੋਲ ਆ ਤੇ ਡਾਈਪੋਲ ਦੀ ਹਮੇਸ਼ਾ ਡਾਈਪੋਲ ਮੂਵਮੈਂਟ ਹੁੰਦੀ ਆ। ਜਿਹਦਾ ਇਲੈਕਟ੍ਰਿਕ ਡਾਈਪੋਲ ਸੀ ਉਹਦੀ ਡਾਈਪੋਲ ਮੂਵਮੈਂਟ ਸੀਗੀ। ਇਹਦੀ ਜੇ ਮੈਗਨੇਟ ਡਾਈਪੋਲ ਬਣਿਆ ਵਾ, ਠੀਕ ਹੈ, ਯਾਨੀ ਜੇ ਸਰਕੂਲਰ ਕੋਇਲ ਤੁਹਾਡੀ ਇੱਕ ਡਾਈਪੋਲ ਬਣੀ ਆ ਤੇ ਇਹਦੀ ਵੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੋਏਗੀ। Yes, sir. Yes, sir. ਜਿਹੜੀ ਇਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੋਏਗੀ, ਠੀਕ ਹੈ, ਉਹਨੂੰ ਅਸੀਂ ਡਿਸਾਈਡ ਕਰਾਂਗੇ ਆ ਤਿੰਨ ਚੀਜ਼ਾਂ। ਆ ਮੈਗਨੇਟ ਮੇਰੀ ਜਿਹੜੀ ਬਣੀ ਆ ਇਹ ਕਿੰਨੀ ਸਟਰੋਂਗ ਮੈਗਨੇਟ ਆ, ਡਿਪੈਂਡ ਕਰੇਗਾ ਇਹ ਚੋਂ ਕਰੰਟ ਕਿੰਨਾ ਸਟਰੋਂਗਰ ਪਾਸ ਹੋ ਰਿਹਾ। ਕੋਇਲ ਦਾ ਸਾਈਜ਼ ਕਿੱਡਾ ਵਾ, ਕੋਇਲ ਦੇ ਵਿੱਚ ਨੰਬਰ ਆਫ ਟਰਨਸ ਕਿੰਨੇ ਨੇ। ਇਹਦਾ ਮਤਲਬ ਇਹਦੇ ਵਿੱਚੋਂ ਜੇ ਮੈਂ ਐਸਐਚ NIA ਇਹਨਾਂ ਤਿੰਨ ਚੀਜ਼ਾਂ ਦੀ ਪ੍ਰੋਡਕਟ ਨੂੰ डिफाइन करा तो ਇਹਦਾ ਸਿੰਬਲ ਅਸੀਂ m ਰੱਖਣ ਲੱਗੇ, where m is called as the magnetic dipole moment। क्या इतनी गल पे तो समझ लगी? Yes, sir. Yes, sir. और मैग्नेटिक डाइपोल मूवमेंट अपनी जड़ी इट्स अ वेक्टर क्वांटिटी। ते जे पुत वेक्टर क्वांटिटी दी डायरेक्शन किधर नु होएगी ते कहंदा भाई जिधर नु एरिया वेक्टर होएगा, जिधर नु एरिया वेक्टर होएगा ते एरिया वेक्टर दी कहानी असी जड़ी आ ओ गॉस थ्योरम च पढ़ी हुई है। एरिया वेक्टर क्वांटिटी है जेकर ते एरिया वेक्टर दी डायरेक्शन हमेशा गिवन प्लेन दे परपेंडिकुलर हुंदी। मतलब जे मैं अपने हाथ नु दवां आ मेरा गिवन सर्कुलर कोयल आ जिचों करंट पास हुंदा पिया, है ना, ते जेड़ा एदा एरिया वेक्टर होएगा वो ਇਹਦੇ प्लेन ਦੇ परपेंडिकुलर ਤੇ आउटवर्ड डायरेक्शन ਚ ਹੋਏਗਾ। ਜੇ ਮੈਂ ਆ ਕਮਾ ਰਾਈਟ ਹੈਂਡ ਥੰਬ ਰੂਲ ਨਾ ਕਿ ਵੀ ਕਰੰਟ ਐਂਟੀ ਕਲੌਕਵਾਈਜ਼ ਘੁੰਮਦਾ ਪਿਆ, ਕਰੰਟ ਐਂਟੀ ਕਲੌਕਵਾਈਜ਼ ਘੁੰਮਦਾ ਪਿਆ
ਤੇ ਉਸ ਵੇਲੇ ਜਿਹੜਾ ਏਰੀਆ ਵੈਕਟਰ ਹੋਏਗਾ ਉਹ ਇਸ ਪਲੇਨ ਦੇ ਪਰਪੈਂਡੀਕੂਲਰ ਤੇ ਆਊਟਵਰਡ ਡਾਇਰੈਕਸ਼ਨ ਚ ਹੋਏਗਾ। क्या ਇੰਨੀ ਗੱਲ ਕਲੀਅਰ ਆ? Yes, sir. Yes. Yes, sir. ਯਾਨੀ ਤੁਹਾਡੀ ਕੋਇਲ ਜਿਹੜੀ ਆ, ਕੋਇਲ ਇੱਕ ਮੈਗਨੇਟ ਦਾ ਰੋਲ ਪਲੇ ਕਰਦੀ ਪਈ ਔਰ ਇਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਇਸ ਕੋਇਲ ਦੇ ਪਲੇਨ ਦੇ ਪਰਪੈਂਡੀਕੂਲਰ ਤੇ ਆਊਟਵਰਡ ਡਾਇਰੈਕਸ਼ਨ ਚ ਹੋਏਗੀ। क्या ਇੰਨੀ ਗੱਲ ਸਮਝ ਲੱਗ ਰਹੀ? Yes, sir. ਚਲ Yes, sir. ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਯੂਨਿਟ ਲਵਾਂ ਬੇਟਾ, n ਹੈਗੇ ਨੰਬਰ ਆਫ ਟਰਨਸ, ਕੋਈ ਯੂਨਿਟ ਨਹੀਂ ਆਣਾ। I ਹੈਗਾ ਕਰੰਟ ਤੇ A ਹੈਗਾ ਏਰੀਆ, ਯਾਨੀ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਯੂਨਿਟ ਐਂਪੀਅਰ ਮੀਟਰ ਸਕੁਅਰ ਆ ਜਾਓ। Yes, sir. Yes, sir. ਠੀਕ ਹੈ, ਸੋ ਯੂਨਿਟ ਆਫ m ਜਿਹੜਾ ਵਾ ਉਹ ਮੇਰੇ ਕੋਲ ਐਂਪੀਅਰ ਮੀਟਰ ਸਕੁਅਰ ਕਹਿੰਦਾ ਦੀ ਯੂਨਿਟ ਦਾ ਬਣ ਜਾਏਗਾ। ਤੇ ਇੱਥੇ ਇਹਨੂੰ ਸਬਸਟੀਟਿਊਟ ਕਰ ਲਓ ਤੇ ਆਪਣਾ ਮੈਗਨੈਟਿਕ ਡਾਈਪੋਲ ਮੈਗਨੈਟਿਕ ਫੀਲਡ ਇੰਟੈਂਸਿਟੀ ਉਹਦਾ ਫਾਰਮੂਲਾ ਆ ਜਾਏਗਾ μ0 by 4 pi into 2m by x cube। फिर मेरे को आ ਉਹਦੇ ਕਿੰਨਾ ਦੀ ਵੈਲਿਊ ਆ ਜਾਏਗੀ। क्या ਇੰਨੀ ਗੱਲ ਕਲੀਅਰ? Yes. Yes, sir. Yes, sir. ਜੇ ਸਾਰੇ ਚ ਕਿਸੇ ਥਾਂ ਤੇ ਡਾਊਟ ਹੈ ਤੇ ਇੱਕ ਵਾਰੀ ਮੈਨੂੰ ਬੋਲ ਦਿਓ। Sir, last ਵਾਲੀ ਜਿਹੜੀ ਵੈਲਿਊ ਆਈ ਆ ਕਿਹਦੀ ਆਈ ਆ? ਮੈਗਨੈਟਿਕ ਫੀਲਡ ਆ। ਦੁਬਾਰਾ ਬੋਲ ਕੀ ਗਿਆ? ਜਿਹੜੀ ਲਾਸਟ ਵਾਲੀ ਵੈਲਿਊ ਆਈ ਆ b ਦੀ ਤੇ ਮੈਗਨੈਟਿਕ ਫੀਲਡ ਆਫ ਕਿਹਦੀ ਆਈ? ਮੈਗਨੈਟਿਕ ਡੈਂਸਿਟੀ ਕਿਹਦੀ ਆਈ ਆ? ਮੈਂ ਸੱਚੀ ਗੱਲ ਨਹੀਂ ਸਮਝਿਆ, ਦੁਬਾਰਾ ਬੋਲ ਕੀ ਕਹਿ ਰਹੇ ਹੋ? ਲਾਸਟ ਸਰ ਜਿਹੜੀ ਆਪਾਂ b u μ0 over 4 pi 2m over x square ਕੱਢੀ ਵੈਲਿਊ, ਇਹ ਕਿਹਦੀ ਕੱਢੀ ਆਪਾਂ? ਇਹ ਕੀ ਕਹਿਣਾ? ਇਹ ਕੀ ਆ? ਨਹੀਂ, ਇਹ ਵੈਲਿਊ ਕਿਹਦੀ ਕਿੰਨਾ ਕੱਢੀ ਕਿਹਦੀ ਵੈਲਿਊ ਆਈ ਆ? ਮੈਗਨੈਟਿਕ ਫੀਲਡ ਇੰਟੈਂਸਿਟੀ ਦੀ, ਹੋਰ ਕਿਹਦੀ ਆ? ਆਪਾਂ ਸਾਰਾ ਕੁਝ ਕਿਹਦੇ ਲਈ ਕਰਦੇ ਪਏ? ਇਹ ਤੇ ਮੈਗਨੈਟਿਕ ਫੀਲਡ ਇੰਟੈਂਸਿਟੀ ਕੱਢੀ ਕਿਸ ਪੁਆਇੰਟ ਆਫ ਆਬਜ਼ਰਵੇਸ਼ਨ ਤੇ। ਹਾਂਜੀ ਹਾਂਜੀ, ਵਰਡ ਪੁੱਛਣਾ। ਚਲ ਕਲੀਅਰ ਇੰਨੀ ਗੱਲ? ਯੈਸ ਸਰ। ਕਰੀ ਕੰਟੀਨਿਊ। Yes, sir. ਚਲੋ ਨੈਕਸਟ ਇਹਦਾ ਇੱਕ ਹੋਰ ਸਬ ਕੇਸ ਲਾਸਟ ਆ ਜਾਏਗਾ। ਲਾਸਟ ਸਬ ਕੇਸ ਹੈਗਾ ਬੇਟਾ, ਲਾਸਟ ਸਬ ਕੇਸ ਦੇ ਵਿੱਚ ਉਹਨੇ ਥਰਡ ਕੇਸ ਇਹ ਦੱਸ ਦਿੱਤਾ ਕਿ ਇਫ x ਇਕੁਅਲ ਟੂ a, ਯਾਨੀ ਜਿਹੜਾ ਹੁਣ ਪੁਆਇੰਟ ਆਫ ਆਬਜ਼ਰਵੇਸ਼ਨ ਦਾ ਸੈਂਟਰ ਤੋਂ ਡਿਸਟੈਂਸ ਆ ਤੇ ਜਿਹੜੀ ਸਰਕੂਲਰ ਰਿੰਗ ਦਾ ਰੇਡੀਅਸ ਆ, ਜੇ ਇਹ ਆਪਸ ਇਕੁਅਲ ਆ ਜਾਣ ਫਿਰ ਮੈਗਨੈਟਿਕ ਫੀਲਡ ਦਾ ਫਾਰਮੂਲਾ ਲਿਖ ਲਿਓ। ਇਸੇ ਤਰ੍ਹਾਂ ਤੋਂ ਫਿਰ ਫਾਰਮੂਲਾ ਆ ਜਾਏਗਾ then magnetic field equal to μ0 by 4 pi into 2 ni pi a square over, ਇੱਥੇ ਮੇਰੇ ਕੋਲ ਦੋਨੋਂ ਸੇਮ ਵੇਰੀਏਬਲ ਬਣਾ ਲਓ, a ਦੀ ਫਾਰਮ 'ਚ ਲਿਖ ਲਓ ਇਹਨੂੰ ਭਾਵੇਂ। ਲਾਸਟ ਵਾਲਾ ਪਾਰਟ ਮੇਰੇ ਕੋਲ ਜਿਹੜਾ ਹੈਗਾ ਇੱਥੇ ਵੈਲਿਊ ਲਿਖੋ ਤਾਂ ਆਪਣੇ ਕੋਲ ਆ ਗਈ a square plus a square power 3/2। ठीक है, ਤੇ ਆਪਣੇ ਕੋਲ ਮੈਗਨੈਟਿਕ ਫੀਲਡ ਦਾ ਫਾਰਮੂਲਾ ਬਣ ਗਿਆ μ0 by 4 pi 2 ni pi a square over 2 a square power 3/2। क्लियर है नी गल? Yes, sir. करिए कंटिन्यू। Yes, sir. Yes, sir. इनु सिंपलीफाई कर दियो 2 ni pi a square over 2 power 3/2 into a power square कैंसिल करके a cube ਤੇ ਆ ਆਪਸ ਤੇ ਇਹਨੂੰ ਆਪਸ ਚ ਐਡਜਸਟ ਕਰ ਲਓ। ਆਪਣੇ ਕੋਲ ਮੈਗਨੈਟਿਕ ਫੀਲਡ ਇੰਟੈਂਸਿਟੀ ਦਾ ਫਾਰਮੂਲਾ ਆ ਜਾਏਗਾ μ0 by 4 pi, ਇੱਥੇ 2 ਦੀ ਪਾਵਰ ਐਡਜਸਟ ਕਰੋ ਤੇ ਆਪਣੇ ਕੋਲ ਉੱਪਰ ਪਾਵਰ 1 ਆ 3/2 ਥੱਲੇ ਚਲੇਗੀ ਤੇ 2 ਪਾਵਰ ਕਿੰਨੀ ਬਣ ਗਈ ਜੀ? कोई बोलिया करो ni pi into a। ठीक है, आ मेरे को वैल्यू बननी, इनको एडजस्ट कर लो ते अपने को वैल्यू आ गई μ0 by 4 pi, इथे 2 पावर बन गई अपने को कितनी जी? 2 -1/2 -1/2 -1/2 का मतलब 1/√2
ठीक है जी n I पाई into a ਆ ਮੇਰੇ ਕੋਲ ਜਿਹੜਾ ਮੈਗਨੈਟਿਕ ਫੀਲਡ ਇੰਟੈਂਸਿਟੀ ਦਾ ਫਾਰਮੂਲਾ ਆਏਗਾ ठीक है ਇਹਨੂੰ ਕੰਬਾਈਨ ਕਰਨਾ ਬੇਸ਼ੱਕ ਕੰਬਾਈਨ ਕਰ ਲਓ ਅਦਰਵਾइज ਪਾਈ ਵੀ ਕੈਨਸਲ ਹੁੰਦਾ ਉਹ ਵੀ ਕਰ ਦਿਓ ਕਿਉਂਕਿ a ਸਕੁਅਰ ਤੋਂ ਉੱਪਰ ਬੰਨਾ ਨਹੀਂ ਇਹਨੂੰ ਐਡਜਸਟ ਕਰਕੇ ਲਿਖ ਲਓ ਕਿ ਆਪਣੇ ਕੋਲ ਫਾਰਮੂਲਾ ਆ ਗਿਆ mu naught over 4 root 2 NIA ਆ ਮੈਗਨੈਟਿਕ ਇੰਟੈਂਸਿਟੀ ਦਾ ਫਾਈਨਲ ਫਾਰਮੂਲਾ ਆ ਜਾਊ क्या इतना क्लियर है Yes, sir. तीन केस सिगे ठीक है जी तिने तो तिने अपने कंप्लीट आ क्या इतना समय लग गया बच्चे सारे नु Yes, sir. हाँ जी सर Yes, sir. एक्सक्यूज मी सर तो है Sir. डाउट हां जी बेटा सर ए Sir, the डिनोमिनेटर power- च नहीं आना हैं ए डिनोमिनेटर च नहीं आऊगा Yes, sir. इन्ने ए दी सर जेड़ा ए वा 4√2 ਦੇ ਨਾਲ ਥੱਲੇ ਨਹੀਂ ਆਣਾ अच्छा सॉरी ऊपर ए स्क्वायर सेगा ठीक है जी अपने आ जेड़ा एसएच ओवर ए है ना इथे आना ठीक है बाकी क्लियर है सारे नु Yes, sir. हाँ जी सर चल नेक्स्ट टॉपिक नहीं शुरू कर रहे कुछ न्यूमेरिकल वास्ते उन्हें एसएच सर्कुलर रिंग दे केसेस दिते आ ठीक है कि भी अपने को जेडे करंट कैरिंग कंडक्टर आ वो किस शेप च आ ते उन्हां दे मैग्नेटिक फील्ड आपां किदां सॉल्व करने वो समझियो ध्यान नाल नेक्स्ट वो केस बना रहे हैं आर्टिकल नहीं हैगा बार-बार कह रहे हैं जनरल केसेस ने कुछ ही लाने ओदी डिस्कशन कर लो कोई हैगे सारे जाने Yes, sir. Yes, sir. हाँ जी हाँ जी Yes, sir. Yes. Yes, sir. चलो ਅੱਗੇ ਕੁਝ ਕੇਸਿਸ ਬਣਾ ਰਹੇ ਹਾਂ ਇਹਨਾਂ ਚੋਂ ਕੱਲ ਇੱਕ ਕੇਸ ਆਪਾਂ ਅੱਗੇ ਡਿਸਕਸ ਵੀ ਕੀਤਾ ਸੀਗਾ ਉਹ ਚ ਸੀਗਾ ਕਿ ਜੇ ਮੰਨ ਲਓ ਕਿਸੇ ਕੁਆਇਲ ਚੋਂ ਕਰੰਟ ਪਾਸ ਹੋ ਰਿਹਾ ਔਰ ਕੁਆਇਲ ਆਰਕ ਸ਼ੇਪ ਚ ਗਿਵਨ ਆ ਤੇ ਇਸ ਆਰਕ ਦਾ ਮੈਗਨੈਟਿਕ ਫੀਲਡ ਤੁਸੀਂ ਸੈਂਟਰ ਤੇ ਕੱਢਣਾ ਹੋਵੇ ਠੀਕ ਹੈ ਤੇ ਇਹਦੇ ਮੈਗਨੈਟਿਕ ਫੀਲਡ ਦਾ ਫਾਰਮੂਲਾ ਆਪਣੇ ਕੋਲ ਕੀ ਸੀ ਤੇ ਇਹ ਚ ਆਪਾਂ ਆ ਫਾਰਮੂਲਾ ਗਿਆ ਸੀ ਮੈਗਨੈਟਿਕ ਫੀਲਡ ਦਾ ਫਾਰਮੂਲਾ ਬਣਨਾ μ0/4 ਪਾਈ I by R R के रेडियस कह रहे हैं I by R into angle subtended at the center इस आर्क ਦੇ ਸੈਂਟਰ ਤੇ ਜਿੰਨਾ ਐਂਗਲ ਹੋਏਗਾ ਇਹਨੂੰ ਰੇਡੀਅਨ ਚ ਕਨਵਰਟ ਕਰਕੇ ਅਸੀਂ ਇੱਥੇ ਯੂਜ਼ ਕਰ ਲਾਂਗੇ ਇਹ ਗੱਲ ਸਮਝ ਲੱਗਦੀ ਵੀ Yes, sir. Yes, sir. ਜੇ ਐਂਗਲ ਮੈਨੂੰ 60 ਡਿਗਰੀ ਦਿੱਤਾ ਹੋਇਆ ਕਿੰਨਾ ਰੇਡੀਅਨ ਬਣ ਜੂ सर रेंज कन्वर्ट करके फिर आंसर करना है ਹਾਂਜੀ बोलो कोई है ना रेडियन च एंगल लिखना डिग्री च देता हुण देख लो कोई नहीं बोलता आवाज आ रही